ਹੈਲੋ ਫਰੈਂਡਸ, ਵੈਲਕਮ ਟੂ ਔਨ ਮਾਈ YouTube ਚੈਨਲ। ਫਰੈਂਡਸ, ਅੱਜ ਅਸੀਂ ਕਰਾਂਗੇ ਮੇਨ ਇੰਪੋਰਟੈਂਟ ਗੱਲ ਗਾਂਧੀ ਜੀ ਦੇ ਨਾਲ ਰਿਲੇਟਡ। ਸੋ ਮੋਹਨਦਾਸ ਕਰਮਚੰਦ ਗਾਂਧੀ, ਇਹਨਾਂ ਦੇ ਨਾਲ ਰਿਲੇਟਡ ਇੱਕ ਛੋਟੀ ਜਿਹੀ ਸਟੋਰੀ ਆਪਾਂ ਕਰਾਂਗੇ ਅਤੇ MCQ ਕਰਾਂਗੇ ਗਾਂਧੀਇਜ਼ਮ ਦੇ ਨਾਲ ਰਿਲੇਟਡ। ਠੀਕ ਹੈ। ਸੋ ਸਾਰੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਜੋ ਗਾਂਧੀ ਜੀ ਦੇ ਨਾਲ ਰਿਲੇਟਡ ਕੁਐਸਚਨ ਪੁੱਛੇ ਹੀ ਜਾਂਦੇ ਹਨ, ਕਿਉਂਕਿ ਗਾਂਧੀ ਜੀ ਇੱਕ ਜਨ ਨੇਤਾ ਹੋਏ ਹਨ ਸਾਡੇ। ਠੀਕ ਹੈ। ਆਧੁਨਿਕ ਇਤਿਹਾਸ ਸਾਰਾ ਇਸ ਦੇ ਵਿੱਚ ਮੇਨ ਇੰਪੋਰਟੈਂਟ ਰੋਲ ਰਿਹਾ ਇਹਨਾਂ ਦਾ। ਠੀਕ ਹੈ। ਸੋ ਆਜ਼ਾਦੀ ਦਾ ਜ਼ਿਕਰ ਆਇਆ, ਇਹਨਾਂ ਦੀਆਂ ਇੰਨੀਆਂ ਜ਼ਿਆਦਾ ਮੂਵਮੈਂਟ ਸਾਨੂੰ ਦੇਖਣ ਨੂੰ ਮਿਲਦੀਆਂ। ਇਹਨਾਂ ਦੇ ਨਾਲ ਰਿਲੇਟਡ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਕਿ ਇਹਨਾਂ ਤੋਂ ਪ੍ਰਭਾਵਿਤ ਹੋਏ, ਕੀ ਇਹਨਾਂ ਨੂੰ ਜ਼ਿਆਦਾ ਸਭ ਤੋਂ ਫੇਵਰਟ ਭਜਨ ਕਿਸ ਨੇ ਗਾਇਆ, ਕੀ ਇਹਨਾਂ ਦੀ ਆਈਡੀਓਲੋਜੀ ਰਹੀ, ਸਾਰਾ ਕੁਛ ਕਾਫੀ ਕੁਛ ਇਹਨਾਂ ਦੇ ਜੀਵਨ ਦੇ ਨਾਲ ਰਿਲੇਟਡ ਜੋ ਇਹਨਾਂ ਦੀ ਆਈਡੀਓਲੋਜੀ ਸੀ ਇਹਨਾਂ ਦੇ ਨਾਲ ਰਿਲੇਟਡ ਸਾਨੂੰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ। ਠੀਕ ਹੈ। ਸੋ ਆਪਾਂ ਥੋੜ੍ਹਾ ਜਿਹਾ ਇਹਨਾਂ ਦੇ ਜੀਵਨ ਦੇ ਬਾਰੇ ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਸਟੋਰੀ ਸ਼ੇਅਰ ਕਰਾਂਗੇ, ਉਸ ਤੋਂ ਬਾਅਦ ਅਸੀਂ ਸਾਰੇ MCQ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੈ ਫਰੈਂਡਸ। ਜੇਕਰ ਅਜੇ ਤੱਕ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤਾਂ ਜੋ ਤੁਸੀਂ ਹੋਰ ਵੀ ਜ਼ਿਆਦਾ ਨੌਲੇਜੇਬਲ ਵੀਡੀਓ ਦੀ ਨੋਟੀਫਿਕੇਸ਼ਨ ਲੈ ਸਕੋ, ਪਲੇਲਿਸਟ ਵਿੱਚ ਜਾ ਕੇ ਕੋਈ ਵੀ ਟੌਪਿਕ ਆਪਣਾ ਕਲੀਅਰ ਕਰ ਸਕੋ। ਠੀਕ ਹੈ। ਸੋ ਗੱਲ ਕਰਦੇ ਹਾਂ ਜੋ ਅੱਜ ਅਸੀਂ ਕਰਾਂਗੇ ਗਾਂਧੀ ਜੀ ਦੇ ਨਾਲ ਰਿਲੇਟਡ। ਤਾਂ ਇਹਨਾਂ ਦਾ ਪੂਰਾ ਨਾਂ ਜੋ ਹੈ ਮੋਹਨਦਾਸ ਕਰਮਚੰਦ ਗਾਂਧੀ। ਠੀਕ ਹੈ। ਇਹਨਾਂ ਦਾ ਜਨਮ ਕਦੋਂ ਹੋਇਆ? ਇਹਨਾਂ ਦਾ ਜਨਮ ਹੋਇਆ ਹੈ 2 ਅਕਤੂਬਰ 1869 ਨੂੰ। ਠੀਕ ਹੈ। ਸੋ ਆਪਾਂ ਜਲਦੀ ਇਹਨਾਂ ਦਾ ਜੋ ਬੇਸਿਕ ਇਹਨਾਂ ਦਾ ਜਨਮ ਹੋਇਆ, ਕੀ ਇਹਨਾਂ ਦਾ ਮੁੱਢਲਾ ਇਹਨਾਂ ਦਾ ਟਾਈਮ ਰਿਹਾ, ਥੋੜ੍ਹਾ ਜਿਹਾ ਆਪਾਂ ਇਹਨੂੰ ਡਿਸਕਸ਼ਨ ਕਰਾਂਗੇ। ਸੋ 2 ਅਕਤੂਬਰ 1869 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ ਪੋਰਬੰਦਰ, ਗੁਜਰਾਤ ਦੇ ਵਿੱਚ। ਠੀਕ ਹੈ। ਮੋਹਨਦਾਸ ਕਰਮਚੰਦ ਇਹਨਾਂ ਦਾ ਪੂਰਾ ਨਾਮ, ਅਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਜੋ ਸੀ ਨਾ ਉਹ ਵੀ ਕਰਮਚੰਦ ਗਾਂਧੀ ਸੀ। ਅਤੇ ਜੇਕਰ ਪੇਪਰ ਵਿੱਚ ਪੁੱਛ ਲਿਆ ਜਾਵੇ ਉਹਨਾਂ ਦੇ ਪਿਤਾ ਜੀ ਦੇ ਲਈ ਕਿਹੜੇ ਸ਼ਬਦ ਦਾ ਹੋਰ ਪ੍ਰਯੋਗ ਹੁੰਦਾ ਸੀ, ਤਾਂ ਉਹਨਾਂ ਨੂੰ ਕਾਵਾ ਵੀ ਕਿਹਾ ਜਾਂਦਾ ਸੀ। ਠੀਕ ਹੈ। ਕਰਮਚੰਦ ਗਾਂਧੀ ਜੋ ਮਹਾਤਮਾ ਗਾਂਧੀ ਦੇ ਪਿਤਾ ਜੀ ਸਨ, ਉਹਨਾਂ ਨੂੰ ਕਾਵਾ ਵੀ ਕਿਹਾ ਜਾਂਦਾ ਸੀ। ਇਹਨਾਂ ਦੀ ਜੋ ਮਾਤਾ ਸਨ ਉਹਨਾਂ ਨੂੰ ਪੁਤਲੀ ਬਾਈ। ਠੀਕ ਹੈ। ਉਹਨਾਂ ਦਾ ਨਾਮ ਸੀ ਪੁਤਲੀ ਬਾਈ। ਇਹ ਬਹੁਤ ਜ਼ਿਆਦਾ ਅਮੀਰ ਖਾਨਦਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਠੀਕ ਹੈ। ਸੋ ਜੇਕਰ ਆਪਾਂ ਇਹਨਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ, ਇਹਨਾਂ ਦੀ ਨੌਲੇਜ ਜੋ ਆਪਾਂ ਇਹਨਾਂ ਦੀ ਸਟੱਡੀ ਲਗਾ ਲਈਏ ਤਾਂ ਐਵਰੇਜ ਸੀ ਇਹ ਪੜ੍ਹਨ ਨੂੰ। ਠੀਕ ਹੈ। ਕੋਈ ਇਵੇਂ ਨਹੀਂ ਸੀ ਵੀ ਬਹੁਤ ਜ਼ਿਆਦਾ ਨਲਾਇਕ ਸੀ ਜਾਂ ਕਿਵੇਂ ਸੀ, ਹੈ ਨਾ। ਅਤੇ ਇਹਨਾਂ ਦੀ ਜੋ ਫੈਮਿਲੀ ਇਕਨੋਮਿਕਲੀ ਰਹੀ ਆ, ਬਹੁਤ ਜ਼ਿਆਦਾ ਅਮੀਰ ਰਹੇ ਆ। ਠੀਕ ਹੈ। ਸੋ ਪੈਸੇ ਦੀ ਇਹਨਾਂ ਨੂੰ ਕੋਈ ਵੀ ਜ਼ਿਆਦਾ ਦਿੱਕਤ ਨਹੀਂ ਸੀ। ਜਦੋਂ ਇਹਨਾਂ ਦਾ ਜਨਮ ਹੋਇਆ ਸੀ ਉਦੋਂ ਇਹਨਾਂ ਦੇ ਪਿਤਾ ਜੋ ਸੀ ਨਾ ਉਹ ਰਾਜਕੋਟ ਦੇ ਦੀਵਾਨ ਸੀ। ਠੀਕ ਹੈ। ਸੋ ਇਹਨਾਂ ਦੀ ਜੋ ਸ਼ਾਦੀ ਹੋਈ, ਜੋ ਪੁਰਾਣੇ ਪਹਿਲੇ ਸਮੇਂ ਸੀ, ਠੀਕ ਹੈ, ਵਿਆਹ ਜੋ ਹੁੰਦੇ ਸਨ ਬਹੁਤ ਹੀ ਛੋਟੀ ਉਮਰ ਦੇ ਵਿੱਚ ਹੋ ਜਾਂਦੇ ਸਨ। ਸੋ 13 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਹੈ। ਕਿਸ ਦੇ ਨਾਲ ਹੁੰਦਾ ਹੈ? ਤਾਂ ਕਸਤੂਰਬਾ ਗਾਂਧੀ ਜੀ ਦੇ ਨਾਲ। ਬਾ ਵੀ ਉਹਨਾਂ ਨੂੰ ਕਹਿੰਦੇ ਹਨ। ਠੀਕ ਹੈ। ਸੋ ਕਸਤੂਰਬਾ ਗਾਂਧੀ ਨਾਲ ਇਹਨਾਂ ਦਾ ਵਿਆਹ ਹੁੰਦਾ ਹੈ ਅਤੇ ਬਾਅਦ ਵਿੱਚ ਵੀ ਇਹ ਆਪਣੀ ਸਟੱਡੀ ਜੋ ਹੈ ਨਾ ਉਹ ਕੰਟੀਨਿਊ ਰੱਖਦੇ ਹਨ। ਕਿਉਂਕਿ ਪਹਿਲਾਂ ਸਮੇਂ ਵਿੱਚ ਵਿਆਹ ਜਲਦੀ ਹੋ ਜਾਂਦੇ ਸਨ। ਇਵੇਂ ਨਹੀਂ ਵੀ ਜੋ ਸਟੱਡੀ ਸੀ ਉਹ ਨਹੀਂ ਕਰ ਸਕਦੇ ਸੀ। ਠੀਕ ਹੈ। ਸੋ ਸਟੱਡੀ ਵੀ ਕੰਟੀਨਿਊ ਹੋ ਜਾਂਦੀ ਸੀ ਕਿਉਂਕਿ ਯੰਗ ਏਜ ਦੇ ਵਿੱਚ ਮੈਰਿਜ ਹੋ ਜਾਂਦੀ ਸੀ। ਠੀਕ ਹੈ। ਸੋ ਗਾਂਧੀ ਜੀ ਨੇ ਆਪਣੀ ਲਾਅ ਦੀ ਡਿਗਰੀ ਲਈ ਹੈ। ਲਾਅ ਦੀ ਡਿਗਰੀ ਲੈਣ ਲਈ ਕਿੱਥੇ ਗਏ ਹਨ? ਇਹ ਇੰਗਲੈਂਡ ਗਏ ਹਨ। ਕਦੋਂ ਗਏ ਹਨ? 1889 to 1891, 99 ਤੋਂ 1891 ਈਸਵੀ ਦੇ ਵਿੱਚ ਤੱਕ ਇਹਨਾਂ ਨੇ ਜੋ ਬੈਰਿਸਟਰੀ ਕੀਤੀ ਹੈ। ਠੀਕ ਹੈ। ਲਾਅ ਕੀਤਾ ਡਿਗਰੀ ਲਈ, ਅਤੇ 1891 ਦੇ ਵਿੱਚ ਇਹ ਲਾਅ ਦੀ ਡਿਗਰੀ ਬੈਰਿਸਟਰੀ ਦੀ ਪੜ੍ਹਾਈ ਪੂਰੀ ਕਰਕੇ ਜੋ ਹਨ ਇਹ ਆਉਂਦੇ ਹਨ। ਠੀਕ ਹੈ। ਇੰਗਲੈਂਡ ਤੋਂ। ਠੀਕ ਹੈ। ਉਸ ਤੋਂ ਬਾਅਦ ਹੁਣ ਜੇ ਕੋਈ ਇਨਸਾਨ ਅਸੀਂ ਸਟੋਰੀ ਟੈਲਿੰਗ ਮੈਥਡ ਦੇ ਨਾਲ ਸਾਰਾ ਕੰਸੈਪਟ ਸਮਝਾਂਗੇ। ਜੇਕਰ ਕੋਈ ਇਨਸਾਨ ਲਾਅ ਦੀ ਡਿਗਰੀ ਕਰਦਾ ਹੈ, ਠੀਕ ਹੈ, ਹੁਣ ਉਸ ਦੇ ਮਨ 'ਚ ਇਹ ਵੀ ਤਾਂ ਆਏਗਾ ਮੈਂ ਕੋਈ ਨਾ ਕੋਈ ਇੰਪੋਰਟੈਂਟ ਇਸ ਤਰ੍ਹਾਂ ਦਾ ਕੇਸ ਲੈਣਾ ਜਿਸ ਦੇ ਨਾਲ ਮੇਰੀ ਆਈਡੈਂਟਿਟੀ ਬਣੇ, ਕੁਛ ਵਧੀਆ ਕਰਾਂ, ਹੈ ਨਾ। ਸੋ ਗਾਂਧੀ ਜੀ ਦੇ ਮਨ ਵਿੱਚ ਵੀ ਇਹ ਸੀ। ਤਾਂ ਉਸ ਸਮੇਂ ਕੀ ਹੁੰਦਾ ਹੈ, ਦਾਦਾ ਅਬਦੁੱਲਾ ਨਾਲ ਮੁਲਾਕਾਤ ਹੋਈ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਗਾਂਧੀ ਜੀ ਨੂੰ ਕਿਹਾ ਵੀ ਇੱਥੇ ਆ ਕੇ ਤੁਸੀਂ ਕੇਸ ਸਟੱਡੀ ਕਰੋ। ਠੀਕ ਹੈ। ਕੇਸ ਫੜੋ, ਕੇਸ ਲੜਨਾ ਹੈ। ਉਹਨਾਂ ਨੇ ਦਾਦਾ ਅਬਦੁੱਲਾ ਨੇ ਗਾਂਧੀ ਜੀ ਨੂੰ ਸਾਊਥ ਅਫਰੀਕਾ ਆਉਣ ਲਈ ਕਿਹਾ। ਠੀਕ ਹੈ। ਸੋ ਉਸ ਸਮੇਂ ਗਾਂਧੀ ਜੀ ਦੀ ਉਮਰ ਸੀ 24 ਸਾਲ ਦੀ ਉਮਰ। ਠੀਕ ਹੈ। 24 ਸਾਲ ਦੀ ਉਮਰ ਦੇ ਵਿੱਚ ਦੱਖਣੀ ਅਫਰੀਕਾ ਗਏ। ਠੀਕ ਹੈ। ਅਤੇ ਉਹ ਇੱਕ ਲਾਈਫ ਦਾ ਟਰਨਿੰਗ ਪੁਆਇੰਟ ਸੀ ਕਿਉਂਕਿ ਉਹਨਾਂ ਨੇ ਉੱਥੇ ਜਾ ਕੇ ਦੇਖਿਆ ਉੱਥੇ ਦੀ ਜੋ ਦੁਨੀਆ ਸੀ ਨਾ ਉਹ ਬਿਲਕੁਲ ਅਲੱਗ ਸੀ। ਇੰਨਾ ਜ਼ਿਆਦਾ ਡਿਸਕ੍ਰਿਮੀਨੇਸ਼ਨ, ਇੰਨਾ ਜ਼ਿਆਦਾ ਗੋਰਿਆਂ ਕਾਲਿਆਂ ਦਾ ਭੇਦਭਾਵ,
ਜਦੋਂ ਗਾਂਧੀ ਜੀ ਉੱਥੋਂ ਦੀਆਂ ਘਟਨਾਵਾਂ ਦੇਖੀਆਂ ਹੈ ਨਾ, ਉਹਨਾਂ ਨੇ ਤਾਂ ਆਪਣੀ ਪੂਰੀ ਲਾਈਫ ਨੂੰ, ਜਿਵੇਂ ਕਹਿ ਲਓ ਵੀ ਉਹਨਾਂ ਦੀ ਲਾਈਫ ਦਾ ਪੂਰਾ ਟਰਨਿੰਗ ਪੁਆਇੰਟ, ਪੂਰੀ ਲਾਈਫ ਚੇਂਜ ਹੋਣ 'ਤੇ ਸੀ ਉਹਨਾਂ ਦੀ, ਠੀਕ ਹੈ। ਕਿਉਂਕਿ ਇੱਕ ਇਨਸਾਨ ਹੈ ਜੋ ਬਿਲਕੁਲ ਨੋਰਮਲ ਜੋ ਹੈ ਉਹ ਇਨਵਾਇਰਮੈਂਟ ਦੇ ਵਿੱਚ ਰਹਿੰਦਾ, ਜਦੋਂ ਉਸਨੂੰ ਪਤਾ ਲੱਗਦਾ ਕਿ ਹਾਂ ਸਾਡੇ ਸਮਾਜ ਦੇ ਵਿੱਚ ਇਵੇਂ ਵੀ ਹੁੰਦਾ ਹੈ, ਠੀਕ ਹੈ, ਇਵੇਂ ਵੀ ਲੋਕੀ ਰਹਿ ਰਹੇ ਹਨ, ਕਿੱਦਾਂ ਰਹਿ ਰਹੇ ਹਨ, ਸੋ ਉਸ ਤਰ੍ਹਾਂ ਦੇ ਖਿਆਲਾਤ ਆਉਂਦੇ ਜਾਂਦੇ ਹਨ। ਸੋ ਗਾਂਧੀ ਜੀ ਨੇ ਜਦੋਂ ਉੱਥੇ ਦੇ ਹਾਲਾਤ ਦੇਖੇ, ਡਿਸਕ੍ਰਿਮੀਨੇਸ਼ਨ ਦੇਖਿਆ, ਤਾਂ ਉਹਨਾਂ ਦੀ ਲਾਈਫ ਬਿਲਕੁਲ ਉਹਨਾਂ ਨੇ ਆਪਣੇ ਆਪ ਨੂੰ ਚੇਂਜ ਕੀਤਾ ਉੱਥੋਂ, ਠੀਕ ਹੈ। ਸੋ ਇੱਕ ਆਪਾਂ ਹੁਣ ਕਰਾਂਗੇ, ਇੱਕ ਪੁੱਛ ਲਿਆ ਜਾਂਦਾ ਹੈ, ਇੱਕ ਜੋ ਅਤਿਆਚਾਰ ਹੋਇਆ ਉਸ ਟਾਈਮ, ਉਹ ਟਾਈਮ ਕਿਹੜਾ ਸੀ? 1893 ਈਸਵੀ ਦਾ। ਬਹੁਤ ਜ਼ਿਆਦਾ ਅਤਿਆਚਾਰ ਸੀ ਉਸ ਸਮੇਂ, ਠੀਕ ਹੈ। ਸੋ ਉਸ ਸਮੇਂ ਗਾਂਧੀ ਜੀ ਦੇ ਨਾਲ ਰਿਲੇਟਡ ਇੱਕ ਛੋਟੀ ਜਿਹੀ ਕਿੱਸਾ ਕਹਿ ਲਓ ਵੀ, ਰੇਲ ਕਾਂਡ ਹੋਇਆ ਇੱਕ। ਗਾਂਧੀ ਜੀ ਨੇ ਕੀ ਕੀਤਾ, ਫਸਟ ਜਾਣਾ ਸੀ ਕੇਸ ਦੇ ਲਈ, ਫਸਟ ਕਲਾਸ ਟ੍ਰੇਨ ਦਾ ਉਹਨਾਂ ਨੇ ਟਿਕਟ ਲਿਆ, ਠੀਕ ਹੈ। ਟ੍ਰੇਨ ਦੇ ਡਿੱਬੇ ਵਿੱਚ ਕੁਝ ਕਿਲੋਮੀਟਰ ਤੱਕ ਦਾ ਉਹਨਾਂ ਨੇ ਸਫ਼ਰ ਕਰਨਾ ਸੀ, ਠੀਕ ਹੈ। ਜੋ ਸੀ ਉਹ ਡਰਬਨ ਤੋਂ ਪ੍ਰੋਟੋਰੀਆ ਸ਼ਹਿਰ ਸੀ, ਉਹਦੇ ਵਿੱਚ ਕਿਤੇ ਉਤਰਨਾ ਸੀ ਉਹਨਾਂ ਨੇ, ਠੀਕ ਹੈ। ਸੋ ਡਰਬਨ ਤੋਂ ਪ੍ਰੋਟੋਰੀਆ, ਇੱਥੋਂ ਦਾ ਇਹ ਰੇਲ ਕਾਂਡ ਮੰਨਿਆ ਜਾਂਦਾ, ਕਿਉਂਕਿ ਜਦੋਂ ਉਹ ਬਿਲਕੁਲ ਐਨ ਤਿਆਰ ਹੋ ਕੇ ਜਦੋਂ ਫਸਟ ਕਲਾਸ ਡੱਬੇ ਦੇ ਵਿੱਚ ਬੈਠੇ ਸਨ, ਸਭ ਤੋਂ ਮਹਿੰਗਾ ਟਿਕਟ ਲਿਆ ਇੱਕ ਤਾਂ ਉਹਨਾਂ ਨੇ, ਠੀਕ ਹੈ। ਸੋ ਜਦੋਂ ਉਹਨਾਂ ਦੇ ਨਾਲ ਗੋਰੀ ਚਮੜੀ ਵਾਲੇ ਬੈਠੇ ਸਨ, ਅਤੇ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਇਨਸਾਨ ਜੋ ਹੈ ਨਾ, ਵੀ ਇਹ ਚਮੜੀ ਦਾ ਕਾਲਾ ਹੈ, ਠੀਕ ਹੈ। ਸੋ ਇਹਦਾ ਤਾਂ ਹੱਕ ਹੀ ਨਹੀਂ ਬਣਦਾ ਇੱਥੇ ਬਹਿਣ ਦਾ, ਠੀਕ ਹੈ, ਫਸਟ ਕਲਾਸ ਡੱਬੇ ਵਿੱਚ ਹੱਕ ਹੀ ਨਹੀਂ ਬਣਦਾ। ਅਤੇ ਗਾਂਧੀ ਜੀ ਨੇ ਤਾਂ ਆਪਣਾ ਹੱਕ ਦੱਸਿਆ, ਕਿਉਂਕਿ ਉਹਨਾਂ ਦੇ ਕੋਲ ਟਿਕਟ ਸੀ, ਠੀਕ ਹੈ। ਸੋ ਕੀ ਹੋਇਆ ਉਸ ਟਾਈਮ 'ਤੇ, ਜੋ ਗੋਰੇ ਸੀ ਨਾ, ਗੋਰੀ ਚਮੜੀ ਵਾਲੇ ਸੀ, ਉਹਨਾਂ ਨੇ ਗਾਂਧੀ ਜੀ ਨੂੰ ਧੱਕਾ ਦੇ ਕੇ ਬਾਹਰ ਕੱਢ ਦਿੱਤਾ, ਠੀਕ ਹੈ। ਉਹਨਾਂ ਨੂੰ ਧੱਕਾ ਦੇ ਕੇ ਟ੍ਰੇਨ ਤੋਂ ਬਾਹਰ ਸਿੱਟਿਆ, ਬਹਿਸ ਹੋਈ ਕਾਫੀ, ਹੈ ਨਾ। ਅਤੇ ਕੁਝ ਲੋਕ ਜੋ ਸੀ ਉਹ ਗਾਂਧੀ ਜੀ ਦੇ ਨਾਲ ਰਿਲੇਟਡ ਵਿਚਾਰ ਰੱਖਣ ਲੱਗੇ ਵੀ ਹਾਂ ਗਲਤ ਹੋਇਆ, ਹੈ ਨਾ। ਕੁਛ ਕਹਿਣ ਲੱਗੇ ਵੀ ਨਹੀਂ, ਇਵੇਂ ਗਾਂਧੀ ਜੀ ਨੂੰ ਨਹੀਂ ਕਰਨਾ ਚਾਹੀਦਾ ਸੀਗਾ, ਵੀ ਕੀ ਲੋੜ ਪਈ ਸੀ ਉਸ ਫਸਟ ਕਲਾਸ ਡੱਬੇ ਦੇ ਵਿੱਚ ਬਹਿਣ ਦੀ। ਸੋ ਫੇਵਰ ਵਿੱਚ ਵੀ ਬਹੁਤ ਸਨ, ਅਗੇਂਸਟ ਵਿੱਚ ਵੀ ਬਹੁਤ ਸਨ, ਕਿਉਂਕਿ ਉਸ ਸਮੇਂ ਲੋਕਾਂ ਨੂੰ ਗੁਲਾਮੀ ਜੋ ਸੀ, ਜਿੱਦਾਂ ਦਾ ਹਿਸਾਬ ਚੱਲਦਾ ਸੀ, ਲੋਕੀ ਉਹ ਚੀਜ਼ ਨੂੰ ਐਡਜਸਟਮੈਂਟ 'ਚ ਆ ਗਏ ਸਨ, ਠੀਕ ਹੈ। ਪਰ ਗਾਂਧੀ ਜੀ ਐਡਜਸਟ ਕਿਵੇਂ ਕਰਦੇ, ਉਹਨਾਂ ਨੇ ਤਾਂ ਐਵੇਂ ਦਾ ਮਾਹੌਲ ਦੇਖਿਆ ਹੀ ਨਹੀਂ ਸੀ, ਹੈ ਨਾ। ਸੋ ਸਾਰੀ ਰਾਤ ਉਹ ਠੰਡ ਦੇ ਵਿੱਚ, ਜੋ ਸਟੇਸ਼ਨ ਸੀ ਨਾ ਪੀਟਰ, ਜੋ ਮਾਰਿਟਸਬਰਗ ਦਾ ਜੋ ਉਹ ਸਟੇਸ਼ਨ ਸੀ, ਹੈ ਨਾ, ਉੱਥੇ ਉਹ ਬੈਠੇ ਰਹੇ, ਠੀਕ ਹੈ। ਉਹ ਸਟੇਸ਼ਨ ਸੀ ਜਿਸ ਦੇ ਵਿੱਚ ਠੰਡ ਦੇ ਵਿੱਚ ਉਹਨਾਂ ਨੇ ਰਾਤ ਕੱਟੀ, ਬੇਇੱਜ਼ਤ ਹੋ ਕੇ ਧੱਕਾ ਦਿੱਤਾ ਗਿਆ ਉਹਨਾਂ ਨੂੰ ਗੋਰਿਆਂ ਨੇ, ਠੀਕ ਹੈ। ਸੋ ਉਹ ਗੱਲ ਉਸ ਟਾਈਮ 'ਤੇ ਉਹਨਾਂ ਦੇ ਮਨ ਦੇ ਵਿੱਚ ਇੰਨੀ ਚੁੱਭੀ, ਇੰਨਾ ਡਿਸਕ੍ਰਿਮੀਨੇਸ਼ਨ ਅਗੇਂਸਟ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਆਈ। ਸੋ ਉਹਨਾਂ ਨੇ ਇੱਕ ਮੀਟਿੰਗ ਵਿੱਚ ਵੀ ਕਿਹਾ ਸੀ ਉੱਥੇ ਵੀ, ਗਾਂਧੀ ਵਾਜ਼ ਬੋਰਨ ਇਨ ਇੰਡੀਆ ਬਟ ਗਾਂਧੀ ਵਾਜ਼ ਮੇਟ ਇਨ ਸਾਊਥ ਅਫਰੀਕਾ। ਗਾਂਧੀ ਜੀ ਦਾ ਜਨਮ ਭਾਵੇਂ ਇੰਡੀਆ ਦੇ ਵਿੱਚ ਹੋਇਆ, ਪਰ ਉਹਨਾਂ ਨੇ ਅਸਲੀ ਆਪਣੇ ਆਪ ਨੂੰ ਜੋ ਬਣਾਇਆ ਨਾ, ਅਸਲੀ ਆਪਣੇ ਆਪ ਦੀ ਜੋ ਉਹਨਾਂ ਦੀ ਇੱਕ ਉਹਨਾਂ ਨੂੰ ਸਮਝ ਆਈ, ਉਹ ਸਾਊਥ ਅਫਰੀਕਾ ਜਾ ਕੇ ਆਈ ਸੀ, ਠੀਕ ਹੈ। ਸੋ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਆਪਣੀ। ਸੋ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਅਖਬਾਰ ਨਿਕਲਦਾ ਸੀ, ਠੀਕ ਹੈ। ਉਹਨਾਂ ਨੇ ਉਹ ਇੱਕ ਜੋ ਸੀ ਕਾਂਗਰਸ ਦੀ ਵੀ ਇੱਕ ਸਥਾਪਨਾ ਕੀਤੀ ਸੀ, ਜਿਹਨੂੰ ਆਪਾਂ ਨਟਾਲ ਕਾਂਗਰਸ ਕਹਿੰਦੇ ਹਾਂ, ਠੀਕ ਹੈ। ਇਹ ਵੀ ਪੁੱਛਿਆ ਜਾ ਸਕਦਾ ਨਟਾਲ ਕਾਂਗਰਸ ਦੀ ਸਥਾਪਨਾ ਕਿਹਨੇ ਕੀਤੀ, ਤਾਂ 1894 ਦੇ ਵਿੱਚ, 1894 ਈਸਵੀ ਦੇ ਵਿੱਚ ਗਾਂਧੀ ਜੀ ਨੇ ਕੀਤੀ ਸੀ। ਕਿਉਂ ਕੀਤੀ ਸੀ? ਸਾਊਥ ਅਫਰੀਕਾ ਦੇ ਵਿੱਚ ਕੀਤੀ ਸੀ, ਇਸ ਲਈ ਕੀਤੀ ਸੀ ਕਿਉਂਕਿ ਉਸ ਸਮੇਂ ਡਿਸਕ੍ਰਿਮੀਨੇਸ਼ਨ ਇੰਨਾ ਸੀ ਨਾ, ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਕੰਮ ਕਰਨ ਦੀ ਲੋੜ ਸੀ, ਭੇਦਭਾਵ ਖਿਲਾਫ ਇਹ ਕੰਮ ਕਰਨਾ, ਜੋ ਆਵਾਜ਼ ਉਠਾਉਣੀ, ਇਹਦੇ ਲਈ ਹੀ ਇਸ ਦੀ ਸਥਾਪਨਾ ਕੀਤੀ ਗਈ ਸੀ, ਠੀਕ ਹੈ। ਸੋ ਇਸ ਦਾ ਗਠਨ ਕਿਹਨੇ ਕੀਤਾ ਸੀ ਨਟਾਲ ਕਾਂਗਰਸ ਦਾ? 1894 ਈਸਵੀ ਦੇ ਵਿੱਚ ਗਾਂਧੀ ਜੀ ਨੇ, ਠੀਕ ਹੈ। ਗਾਂਧੀ ਜੀ ਦੀ ਵਿਚਾਰਧਾਰਾ ਪਹਿਲਾਂ ਉਦਾਰਵਾਦੀ ਸੀ, ਕਿਉਂਕਿ ਜਿਹੜੇ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਸੀ ਨਾ, ਉਹ ਕੌਣ ਸੀ? ਗੋਪਾਲ ਕ੍ਰਿਸ਼ਨ ਗੋਖਲੇ, ਉਹ ਵੀ ਉਦਾਰਵਾਦੀ ਸਨ। ਅਤੇ ਗਾਂਧੀ ਜੀ ਨੂੰ ਇਵੇਂ ਲੱਗਦਾ ਸੀ ਵੀ ਅੰਗਰੇਜ਼ਾਂ ਤੱਕ ਖਰੇ ਕੋਈ ਗੱਲ ਹੀ ਨਹੀਂ ਪਹੁੰਚਦੀ, ਹੈ ਨਾ, ਇਹਨਾਂ ਨੂੰ ਖਰੇ ਪਤਾ ਹੀ ਨਹੀਂ ਲੱਗਦਾ ਵੀ ਲੋਕ ਕਿਵੇਂ ਡਿਸਕ੍ਰਿਮੀਨੇਸ਼ਨ 'ਚ ਰਹਿ ਰਹੇ। ਤਾਂ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਚਿੱਠੀਆਂ ਲਿਖਣੀਆਂ, ਠੀਕ ਹੈ। ਜੋ ਮਹਾਰਾਣੀ ਬ੍ਰਿਟੇਨ ਹੋਣੀ, ਉਹਨੂੰ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਵੀ, ਬਟ ਉਹਨਾਂ ਨੂੰ ਇਹ ਸੀ ਵੀ ਕੋਈ ਤਾਂ ਰਿਸਪੌਂਸ ਆਏਗਾ, ਇਹਨਾਂ ਨੂੰ ਕੁਛ ਤਾਂ ਪਤਾ ਲੱਗੇਗਾ, ਹੈ ਨਾ, ਵੀ ਇਵੇਂ ਹੋ ਰਿਹਾ। ਪਰ ਨਹੀਂ, ਕਿਸੇ ਤਰ੍ਹਾਂ ਦਾ ਵੀ ਕੋਈ ਵੀ ਰਿਸਪੌਂਸ ਨਹੀਂ ਉਹਨਾਂ ਦੇ ਵੱਲੋਂ ਆਉਂਦਾ ਸੀ। ਉਹਨਾਂ ਨੂੰ ਤਾਂ ਕੋਈ ਜਿਵੇਂ ਫਰਕ ਨਹੀਂ ਪੈਂਦਾ ਸੀ ਨਾ ਉਸ ਟਾਈਮ 'ਤੇ। ਸੋ ਕੀ ਹੁੰਦਾ ਹੈ, ਬਾਅਦ ਦੇ ਵਿੱਚ ਗਾਂਧੀ ਜੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਆ। 1904 ਈਸਵੀ ਦੇ ਵਿੱਚ 1904 ਈਸਵੀ ਦੇ ਵਿੱਚ ਇੱਕ ਇੰਡੀਅਨ ਓਪੀਨੀਅਨ ਨਿਊਜ਼ਪੇਪਰ ਅਖਬਾਰ ਹੁੰਦਾ ਸੀ, ਠੀਕ ਹੈ, ਉਸ ਸਮੇਂ। ਅਤੇ ਗਾਂਧੀ ਜੀ ਨੇ ਕੀ ਕੀਤਾ, ਉਸ ਦੇ ਵਿੱਚ ਆਪਣੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ,
ਠੀਕ ਹੈ। ਸੋ ਉਹਨਾਂ ਨੇ ਕਿਹਾ ਕੋਈ ਤਾਂ ਲੋਕਾਂ ਦੇ ਵਿੱਚ ਪਰਿਵਰਤਨ ਆਏਗਾ ਨਾ। ਉਹਨਾਂ ਨੇ ਇਹੋ ਜਿਹੇ ਜੋ ਸੀ ਡਿਸਕ੍ਰਿਮੀਨੇਸ਼ਨ ਅਗੇਂਸਟ ਆਪਣੇ ਵਿਚਾਰ ਲਿਖਣੇ ਸ਼ੁਰੂ ਕਰ ਦਿੱਤੇ, ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਹੈ ਨਾ, ਲੇਖ ਆਪਣੇ ਛਪਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਉਸ ਦੇ ਵਿੱਚ। ਸੋ ਇਸ ਤਰ੍ਹਾਂ ਬਹੁਤ ਮੇਨ ਰੋਲ ਰਿਹਾ ਹੈ ਗਾਂਧੀ ਜੀ ਦਾ, ਕਿਉਂਕਿ ਗਾਂਧੀ ਜੀ ਨੇ ਹੀ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਜੋ ਸੀ ਆਵਾਜ਼ ਉਠਾਈ ਸੀ। ਨੈਕਸਟ ਦੇਖੋ ਤੁਸੀਂ ਪੁੱਛ ਸਕਦੇ ਕਿ ਕਿਹੜੇ ਸਮੇਂ ਦੇ ਵਿੱਚ ਪੰਜੀਕਰਨ ਪ੍ਰਮਾਣ ਪੱਤਰ ਵਿਰੁੱਧ ਅੰਦੋਲਨ ਛਿੜਿਆ। ਸੋ 1906 ਈਸਵੀ ਦਾ ਉਹ ਟਾਈਮ ਸੀ। ਸੋ ਹੁਣ ਇਸ ਨੂੰ ਵੀ ਸਮਝਣ ਦੀ ਲੋੜ ਹੈ। ਪੰਜੀਕਰਨ ਪ੍ਰਮਾਣ ਪੱਤਰ ਕੀ ਸੀ? ਜਿਵੇਂ ਆਪਾਂ ਕਹਿੰਦੇ ਹਾਂ ਨਾ ਸਾਡੇ ਆਧਾਰ ਕਾਰਡ ਬਣਦੇ ਹਨ, ਠੀਕ ਹੈ। ਸੋ ਉਸ ਸਮੇਂ ਵੀ ਇੱਦਾਂ ਦਾ ਸੀ ਕੁਛ ਕਿ ਉਸ ਸਮੇਂ ਜੋ ਭਾਰਤੀ ਸੀ ਨਾ, ਭਾਰਤੀ ਉਸ ਸਮੇਂ ਬਹੁਤ ਵੱਡੀ ਮਾਤਰਾ ਦੇ ਵਿੱਚ ਜੋ ਸਨ ਨਾ, ਉਹ ਆਪਣੇ ਇੰਗਲੈਂਡ ਦੇ ਵਿੱਚ ਸਨ। ਕਿਵੇਂ ਸਨ? ਕਿਉਂਕਿ ਇੰਗਲੈਂਡ ਦੇ ਵਿੱਚ ਗੰਨੇ ਦੀ ਜੋ ਖੇਤੀ ਸੀ ਨਾ, ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਸੀ, ਠੀਕ ਹੈ। ਸੋ ਉਹਦੇ ਲਈ ਮੈਨੂਅਲ ਪਾਵਰ ਦੀ ਲੋੜ ਸੀ, ਠੀਕ ਹੈ। ਮਜ਼ਦੂਰੀ ਕਰਨ ਦੀ ਜੋ ਸੀ ਜ਼ਿਆਦਾ ਮਜ਼ਦੂਰ ਉੱਥੇ ਲੋੜ ਸੀ। ਸੋ ਆਪਣੇ ਭਾਰਤ ਤੋਂ ਜਿੰਨੇ ਹੋ ਸਕੇ ਸੀ ਨਾ, ਉਹ ਉਹਨਾਂ ਨੇ ਬੁਲਾਏ ਸੀ, ਚਾਹੇ ਉਹ ਕੌਂਟਰੈਕਟ ਬੇਸ ਬੁਲਾ ਲੈਂਦੇ ਸੀ, ਠੀਕ ਹੈ, ਉਹਨਾਂ ਨੂੰ, ਚਾਹੇ ਕਿਵੇਂ ਵੀ। ਤਾਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕਿਹਾ ਵੀ ਕੋਈ ਵੀ, ਪਹਿਲਾਂ ਤਾਂ ਰੂਲ ਲਗਾਤਾ ਕੋਈ ਵੀ 9 ਵਜੇ ਤੋਂ, ਰਾਤ 9 ਵਜੇ ਤੋਂ ਬਾਅਦ ਬਾਹਰ ਨਹੀਂ ਜਾਊਗਾ। ਸੋ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਗਿਆ, ਜਿਵੇਂ ਟਾਈਮ ਨਾਲ ਉਹਨਾਂ ਨੂੰ ਐਡਜਸਟ ਕਰਨਾ ਪੈਣਾ ਸੀ, ਹੈ ਨਾ, ਐਵੇਂ ਦੇ ਰੂਲ ਰੱਖ ਦਿੱਤੇ। ਸੋ ਉਹਨਾਂ ਨੂੰ ਕਹਿ ਦਿੱਤਾ ਵੀ ਤੁਹਾਨੂੰ ਪ੍ਰਮਾਣ ਪੱਤਰ ਆਪਣਾ ਜੋ ਹੈ ਨਾ, ਜਿਹੜਾ ਵੀ ਤੁਹਾਡਾ ਕਾਰਡ ਬਣਾ ਦਿੱਤਾ, ਬਸ ਤੁਸੀਂ ਉਹਨੂੰ ਕੈਰੀ ਕਰਕੇ ਰੱਖਣਾ ਹੈ, ਜਿੱਥੇ ਜਾਣਾ ਉਹ ਨਾਲ ਹੋਣਾ ਚਾਹੀਦਾ। ਜੇ ਉਹ ਨਾਲ ਨਾ ਹੋਇਆ, ਚੱਕ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਦੇਣਗੇ, ਜਾਂ ਉਹਨਾਂ 'ਤੇ ਕੋਈ ਵੀ ਉਹਨਾਂ ਦੀ ਬੇਇੱਜ਼ਤੀ ਕਰਨਗੇ ਜਾਂ ਕੁਛ ਵੀ, ਠੀਕ ਹੈ, ਉਹਨਾਂ ਦੇ ਨਾਲ ਗਲਤ ਜੋ ਸੀ ਵਿਵਹਾਰ ਕਰਨਗੇ। ਇਸ ਲਈ ਉਹਨਾਂ ਨੂੰ ਕਹਿ ਦਿੱਤਾ ਗਿਆ ਇਹ ਤੁਹਾਡਾ ਕਾਰਡ ਹੈ ਅਤੇ ਤੁਸੀਂ ਇਸ ਨੂੰ ਆਪਣੇ ਨਾਲ ਰੱਖਣਾ ਹੈ, ਠੀਕ ਹੈ। ਸੋ ਇਹ ਚੀਜ਼ ਗਾਂਧੀ ਜੀ ਨੂੰ ਬਹੁਤ ਜ਼ਿਆਦਾ ਗਲਤ ਲੱਗੀ ਵੀ ਕੀ ਇਹ ਚੀਜ਼ ਹੈ ਨਾ, ਇਹ ਕੀ ਜੋ ਹੈ ਭੇਦਭਾਵ ਹੋ ਰਿਹਾ। ਸੋ ਇਹਦੇ ਵਿਰੁੱਧ ਅੰਦੋਲਨ ਚੱਲਿਆ 1906 ਦੇ ਵਿੱਚ, 1906 ਦੇ ਵਿੱਚ, ਠੀਕ ਹੈ। ਸੋ ਇਹ ਅੰਦੋਲਨ ਚੱਲਿਆ। ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ 1906 ਈਸਵੀ ਦੇ ਵਿੱਚ ਹਿੰਦ ਸਵਰਾਜ ਅਖਬਾਰ, ਠੀਕ ਹੈ, ਹਿੰਦ ਸਵਰਾਜ ਅਖਬਾਰ ਇੱਕ ਜੋ ਹੈ ਉਹ ਨਿਕਲਦੀ ਹੈ, ਠੀਕ ਹੈ। ਗੁਜਰਾਤੀ ਦੇ ਵਿੱਚ ਹੁੰਦੀ ਹੈ ਇਹ, ਠੀਕ ਹੈ, ਓਰੀਜਨਲ। ਅਤੇ ਇਸ ਦੇ ਵਿੱਚ ਥੋਟ ਕੀ ਹੁੰਦੇ ਹਨ ਕਿ ਜੇਕਰ ਭਾਰਤੀ, ਠੀਕ ਹੈ, ਜੇਕਰ ਭਾਰਤੀ 1 ਸਾਲ ਅੰਗਰੇਜ਼ਾਂ ਦਾ ਸਾਥ ਨਾ ਦੇਣ, ਇਸ ਦੇ ਵਿੱਚ ਛਪਿਆ ਸੀ ਇਹ ਚੀਜ਼ ਕਿ ਜੇਕਰ ਜੋ ਭਾਰਤੀ ਹੈ ਨਾ ਅੰਗਰੇਜ਼ਾਂ ਦਾ 1 ਸਾਲ ਲਈ ਸਾਥ ਛੱਡ ਦੇਣ ਨਾ, ਹਰੇਕ ਤਰ੍ਹਾਂ ਨਾਲ ਅੰਗਰੇਜ਼ਾਂ ਦਾ ਬਾਈਕਾਟ ਕਰ ਦੇਣ, ਭਾਵੇਂ ਉਹਨਾਂ ਦਾ ਕੋਈ ਵੀ ਕੰਮ ਉਹ ਕਰ ਰਹੇ ਆ, ਠੀਕ ਹੈ, ਉਹ ਛੱਡ ਦੇਣ ਨਾ, ਤਾਂ ਅੰਗਰੇਜ਼ ਆਪਣੇ ਆਪ ਚਲੇ ਜਾਣਗੇ। ਸੋ ਇਹ ਵਿਚਾਰ ਸੀ ਇਸ ਜੋ ਸੀ ਅਖਬਾਰ ਦੇ ਵਿੱਚ, ਹਿੰਦ ਸਵਰਾਜ ਦੇ ਵਿੱਚ, ਠੀਕ ਹੈ। ਸੋ ਇਹ ਜੋ ਐਕਸਪੈਰੀਮੈਂਟ ਹੋਇਆ ਸੀ ਫਿਰ ਇਹ 1920 ਦੇ ਵਿੱਚ ਹੋਇਆ ਸੀ, ਜਦੋਂ ਨੋਨ ਕੋਆਪਰੇਸ਼ਨ ਜੋ ਮੂਵਮੈਂਟ ਚੱਲੀਆਂ, ਠੀਕ ਹੈ। ਸੋ ਇਸ ਤਰ੍ਹਾਂ ਦੇ ਜੋ ਬਾਅਦ ਵਿੱਚ ਬਹੁਤ ਸਾਰੀਆਂ ਮੂਵਮੈਂਟ ਜੋ ਗਾਂਧੀ ਜੀ ਨੇ ਚਲਾਈਆਂ ਸੀ, ਠੀਕ ਹੈ। ਸੋ ਗਾਂਧੀ ਜੀ ਨੂੰ ਜਿੰਨਾ ਵੀ ਅਸੀਂ ਹਿੱਸਿਆਂ ਵਿੱਚ ਵੰਡ ਕੇ ਪੜ੍ਹੀਏ ਉਨਾ ਥੋੜ੍ਹਾ ਹੈ, ਠੀਕ ਹੈ। ਸੋ ਪੋਲ ਟੈਕਸ ਵੀ ਉਸ ਸਮੇਂ 'ਚ ਪੁੱਛਿਆ ਜਾ ਸਕਦਾ, ਪੋਲ ਟੈਕਸ ਕਦੋਂ ਲਗਾਇਆ ਗਿਆ ਸੀ? ਪੋਲ ਟੈਕਸ ਹੁੰਦਾ ਕੀ ਸੀ ਐਕਚੁਅਲੀ? ਜੋ ਸਾਡੇ ਭਾਰਤੀ ਗਏ ਸੀ ਨਾ, ਉਹ 3 ਟਾਈਪ ਦੇ ਸੀ, 3 ਕੈਟਾਗਰੀ ਦੇ ਵਿੱਚ ਵੰਡੇ ਸੀ। ਇੱਕ ਤਾਂ ਕੰਟਰੈਕਚੁਅਲ ਹੁੰਦੇ ਸੀ, ਜਿਨ੍ਹਾਂ ਨਾਲ ਕੰਟਰੈਕਟ ਹੁੰਦਾ ਸੀ ਵੀ ਤੁਸੀਂ 2 ਸਾਲ ਲਈ ਕੰਮ ਕਰਨ ਲਈ ਆਉਣਾ, 3 ਸਾਲ ਲਈ ਆਉਣਾ, ਠੀਕ ਹੈ। ਤਾਂ ਕੁਝ ਜੋ ਸੀ ਜਦੋਂ ਉਹਨਾਂ ਦਾ ਕੰਟਰੈਕਟ ਖਤਮ ਹੋ ਗਿਆ 2 ਸਾਲ ਦਾ, ਠੀਕ ਹੈ, ਉਹਨਾਂ ਦਾ ਭਾਰਤ ਦੇ ਵਿੱਚ ਵੀ ਕੁਛ ਨਹੀਂ ਰਹਿ ਜਾਂਦਾ ਸੀ, ਕਿਉਂਕਿ ਇੰਨੇ ਸਾਲ ਤਾਂ ਉਹ ਕੰਮ ਕਰ ਲੈਂਦੇ ਸਨ। ਕੋਈ ਕਿੰਨੇ ਸਾਲ ਕੰਮ ਕਰਦਾ ਸੀ, ਕੋਈ ਕਿੰਨੇ ਸਾਲ। ਭਾਰਤ ਵਿੱਚ ਉਹਨਾਂ ਦਾ ਕੁਛ ਨਹੀਂ ਰਹਿ ਗਿਆ ਸੀ। ਉਹਨਾਂ ਨੂੰ ਕਿਹਾ ਵੀ ਇੰਨੇ ਸਾਲ ਅਸੀਂ ਹੁਣ ਇੰਗਲੈਂਡ ਦੇ ਵਿੱਚ ਕੰਮ ਕੀਤਾ, ਤਾਂ ਹੁਣ ਆਪਾਂ ਇੱਥੇ ਹੀ ਰਹਿ ਲੈਂਦੇ ਹਾਂ, ਹੈ ਨਾ। ਸੋ ਉਹ ਨੋਨ ਕੰਟਰੈਕਚੁਅਲ ਹੋ ਜਾਂਦੇ ਸਨ, ਉਹਨਾਂ ਦਾ ਕੋਈ ਕੰਟਰੈਕਟ ਨਹੀਂ ਹੁੰਦਾ ਸੀ, ਉਹ ਆਪਣੀ ਮਰਜ਼ੀ ਨਾਲ ਉੱਥੇ ਰਹਿ ਲੈਂਦੇ ਸਨ, ਠੀਕ ਹੈ। ਉਹਨਾਂ ਨੂੰ ਅਨੁਬੰਧਿਤ ਨਹੀਂ ਸੀ, ਉਹਨਾਂ 'ਤੇ ਕੋਈ ਬੰਧਨ ਨਹੀਂ ਸੀ, ਉਹ ਆਪਣੀ ਮਰਜ਼ੀ ਨਾਲ ਰਹਿੰਦੇ ਸੀ, ਠੀਕ ਹੈ। ਸੋ ਇੱਕ ਉੱਦਾਂ ਵਪਾਰੀ ਹੁੰਦੇ ਸਨ, ਠੀਕ ਹੈ, ਮੁਸਲਿਮ ਵਪਾਰੀ ਆਪਾਂ ਕਹਿ ਸਕਦੇ ਹਾਂ, ਉੱਦਾਂ ਤੀਜੇ ਦਰਜੇ ਦੇ, ਠੀਕ ਹੈ। ਸੋ 3 ਤਰ੍ਹਾਂ ਦੇ ਲੋਕ ਜਾਂਦੇ ਸਨ, ਠੀਕ ਹੈ, ਜੋ ਆਪਣੇ ਇੰਗਲੈਂਡ ਦੇ ਵਿੱਚ ਸਨ, ਠੀਕ ਹੈ। ਸੋ ਉਹਨਾਂ ਨੇ ਕੀ ਕੀਤਾ? ਉਹਨਾਂ ਨੇ 1913 ਈਸਵੀ ਦੇ ਵਿੱਚ ਇੱਕ ਪੋਲ ਟੈਕਸ ਲਗਾ ਦਿੱਤਾ ਵੀ ਜਿਹੜੇ ਤਾਂ ਆਪਣੀ ਇੱਛਾ ਨਾਲ ਹੀ ਇੱਥੇ ਰਹਿ ਪਏ, ਜਿਨ੍ਹਾਂ ਨੂੰ ਆਪਾਂ ਸੱਦਿਆ ਹੀ ਨਹੀਂ, ਠੀਕ ਹੈ, ਬਿਨਾਂ ਕੰਟਰੈਕਟ ਦੇ ਇੱਥੇ ਰਹਿ ਰਹੇ ਆ, ਵੀ ਕੋਈ ਆਪਾਂ ਇਹਨਾਂ ਦੇ ਨਾਲ ਕੰਟਰੈਕਟ ਨਹੀਂ ਕੀਤਾ, ਤੁਸੀਂ ਸਾਡੇ ਲਈ ਕੰਮ ਕਰੋ, ਆਪਣੀ ਮਰਜ਼ੀ ਨਾਲ ਇੱਥੇ ਰਹਿ ਰਹੇ ਆ, ਉਹਨਾਂ 'ਤੇ ਟੈਕਸ ਲਗਾਇਆ ਜਾਊਗਾ। ਹੁਣ ਜਿਹੜੇ ਲੋਕ ਐਵੇਂ ਉੱਥੇ ਅੱਤਿਆਚਾਰ ਸਹਿਣ ਲੱਗ ਗਏ, ਹੈ ਨਾ, ਵੀ ਸਾਡੇ 'ਤੇ ਹੁਣ ਬਿਨਾਂ ਮਤਲਬ ਦਾ ਟੈਕਸ, ਹੁਣ ਆਪਾਂ ਇੱਥੇ ਰਹਿਣਾ ਚਾਹੁੰਦੇ ਹਾਂ, ਜੇ ਹੁਣ ਆਪਾਂ ਵਾਪਸ ਜਾ ਕੇ ਕੀ ਕਰਾਂਗੇ, ਤਾਂ ਸਾਡੇ 'ਤੇ ਇੱਥੇ ਵੀ ਟੈਕਸ ਲਗਾਇਆ ਜਾ ਰਿਹਾ, ਹੈ ਨਾ। ਸੋ ਇਹਦੇ ਜੋ ਸੀ ਇਹ ਟੈਕਸ ਲਗਾਇਆ ਗਿਆ, ਇਹ ਵੀ ਬਹੁਤ ਜ਼ਿਆਦਾ ਗਲਤ ਉਸ ਟਾਈਮ 'ਤੇ ਜੋ ਸੀ। ਸੋ ਬਹੁਤ ਸਾਰੀਆਂ ਮੂਵਮੈਂਟ ਇਸ ਤਰ੍ਹਾਂ ਦੀਆਂ, ਠੀਕ ਹੈ। ਸੋ ਇਹ ਚੀਜ਼ ਗਲਤ ਲੱਗੀ। ਫਿਰ ਉਹਨਾਂ ਨੇ ਜੋ ਵਿਵਾਹ ਸੀਗੇ, ਜੋ ਉੱਥੇ ਜਾ ਕੇ ਲੋਕ ਸ਼ਾਦੀ ਕਰ ਲੈਂਦੇ ਸੀ, ਉਹਨਾਂ ਨੂੰ ਵੀ ਉਹਨਾਂ ਨੇ ਸਾਰੇ ਵਿਆਹ ਅਪ੍ਰਮਾਣਿਤ ਕਰ ਦਿੱਤੇ ਕਿ ਜਿਹੜੇ ਈਸਾਈ ਤਰੀਕੇ ਨਾਲ ਕੋਈ ਵਿਆਹ ਨਹੀਂ ਨਾ ਹੋਏ, ਸਾਰੇ ਹੀ ਸਾਡੀ ਨਜ਼ਰ ਦੇ ਵਿੱਚ ਉਹ ਮਤਲਬ ਕਿ ਮੰਨੇ ਨਹੀਂ ਜਾਂਦੇ, ਠੀਕ ਹੈ, ਉਹ ਗਲਤ ਆ, ਇਨਲੀਗਲ ਆ, ਠੀਕ ਹੈ। ਸੋ ਇੰਨੀਆਂ ਜ਼ਿਆਦਾ ਘਟਨਾਵਾਂ ਹੋਣ ਦੇ ਬਾਵਜੂਦ
ਲੋਕ ਉੱਥੇ ਐਡਜਸਟਮੈਂਟ ਕਰ ਰਹੇ ਸੀ, ਤਾਂ ਗਾਂਧੀ ਜੀ ਨੇ ਐਡਜਸਟਮੈਂਟ ਨਹੀਂ ਸਹੀ, ਉਹਨਾਂ ਨੇ ਆਵਾਜ਼ ਉਠਾਈ, ਫਿਰ ਕਿੰਨੀਆਂ ਮੂਵਮੈਂਟਸ ਚੱਲੀਆਂ, ਵਿਦਰੋਹ ਹੋਏ, ਠੀਕ ਹੈ। ਉਹ ਸਾਰੇ ਆਪਾਂ ਜੋ ਹੈ ਇੱਕ ਵਧੀਆ ਢੰਗ ਦੇ ਨਾਲ ਆਪਾਂ ਜਾਣਦੇ ਵੀ ਹਾਂ ਵੀ ਕਿੰਨਾ ਜ਼ਿਆਦਾ ਗਾਂਧੀ ਜੀ ਦੇ ਨਾਲ ਰਿਲੇਟਡ ਇੱਕ ਗਾਂਧੀ ਯੁੱਗ ਚੱਲਿਆ, ਠੀਕ ਹੈ, ਜਿਸ ਦੇ ਵਿੱਚ ਉਹਨਾਂ ਨੇ ਆਵਾਜ਼ ਉਠਾਈ। ਸੋ ਅੱਜ ਆਪਾਂ ਕਰਾਂਗੇ ਕੁਛ ਇੰਪੋਰਟੈਂਟ ਗਾਂਧੀਇਜ਼ਮ ਦੇ ਨਾਲ ਰਿਲੇਟਡ MCQ। ਇਸ ਕੰਸੈਪਟ ਨੂੰ ਅੱਗੇ ਵੀ ਇੱਕ ਸਟੋਰੀ ਵੇ ਦੇ ਨਾਲ ਇਸ ਤਰ੍ਹਾਂ ਹੀ ਸਮਝਾਂਗੇ। ਸੋ ਮੇਨ ਆਪਾਂ ਕਰਾਂਗੇ ਅੱਜ MCQ ਦੇ ਵਿੱਚ। ਫਸਟ ਸਾਡਾ ਕੁਐਸਚਨ ਹੈ, ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ ਨਾ, ਜੋ ਸਿਵਲ ਨਾਫਰਮਾਨੀ ਮੂਵਮੈਂਟਸ ਸੀ, ਠੀਕ ਹੈ, ਉਹ ਗਾਂਧੀ ਜੀ ਨੂੰ ਉਹਦੀ ਪ੍ਰੇਰਨਾ ਕਿਹਦੇ ਲੇਖਣ ਤੋਂ ਆਈ, ਠੀਕ ਹੈ, ਕਿਹਦਾ ਲੇਖਣ ਸੀ ਜਿਸ ਤੋਂ ਗਾਂਧੀ ਜੀ ਨੂੰ ਇਹ ਪ੍ਰੇਰਨਾ ਆਈ ਸੀ। ਇਸ ਦਾ ਆਪਾਂ ਰਾਈਟ ਆਨਸਰ ਚੂਜ਼ ਕਰਨਾ ਹੈ, ਠੀਕ ਹੈ। ਤੁਹਾਡੇ ਸਾਹਮਣੇ 4 ਨਾਮ ਹਨ, ਤਾਂ ਕਿਸ ਤੋਂ ਗਾਂਧੀ ਜੀ ਨੇ ਇਹ ਪ੍ਰੇਰਨਾ ਲਈ ਸੀ, ਤਾਂ ਇਸ ਦਾ ਜੋ ਰਾਈਟ ਆਨਸਰ ਹੋਏਗਾ ਉਹ ਹੋਏਗਾ A, ਹੈਨਰੀ ਡੇਵਿਡ ਥਾਰੋ। ਇਹਨਾਂ ਦਾ ਲੇਖਣ ਸੀ ਜਿਸ ਤੋਂ ਗਾਂਧੀ ਜੀ ਨੇ ਪ੍ਰੇਰਨਾ ਲਈ। ਕਿਹਦੇ ਲਈ ਲਈ, ਤਾਂ ਸਿਵਲ ਨਾਫਰਮਾਨੀ ਜੋ ਅੰਦੋਲਨ ਚੱਲਿਆ ਸੀ, ਠੀਕ ਹੈ। ਨੈਕਸਟ ਕੁਐਸਚਨ ਕਰਦੇ ਹਾਂ, ਮੋਹਨਦਾਸ ਕਰਮਚੰਦ ਗਾਂਧੀ, ਉਹਨਾਂ ਨੂੰ ਮਹਾਤਮਾ ਦੇ ਰੂਪ ਦੇ ਵਿੱਚ ਪਹਿਲੀ ਵਾਰੀ ਪੁਕਾਰਿਆ ਗਿਆ ਸੀ ਤਾਂ ਕਿਹਨੇ, ਠੀਕ ਹੈ। ਬਾਲ ਗੰਗਾਧਰ ਤਿਲਕ ਸੀ, ਨਹਿਰੂ ਸੀ, ਜਵਾਹਰ ਲਾਲ ਨਹਿਰੂ ਸੀ, ਜਾਂ ਰਵਿੰਦਰਨਾਥ ਟੈਗੋਰ ਸੀ। ਕਿਹਨੇ ਪੁਕਾਰਿਆ ਸੀ? ਕਰਮਚੰਦ ਗਾਂਧੀ, ਜੋ ਮਹਾਤਮਾ ਗਾਂਧੀ ਹੋਏ ਆ ਮਹਾਤਮਾ ਦੇ ਰੂਪ ਦੇ ਵਿੱਚ, ਠੀਕ ਹੈ। ਸੋ ਕਿਹਨੇ ਪੁਕਾਰਿਆ ਸੀ, ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਰਵਿੰਦਰਨਾਥ ਟੈਗੋਰ, ਠੀਕ ਹੈ। ਸੋ ਤੁਸੀਂ ਵੀ ਇਸ ਦੇ ਵਿੱਚ ਫਰੈਂਡਸ ਨੌਲੇਜ ਆਪਣੀ ਚੈੱਕ ਕਰਨੀ ਹੈ, ਕਿੰਨੇ MCQ ਤੁਸੀਂ ਸਹੀ ਕਰਦੇ ਹੋ। ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਜੋ ਵੇ ਆਫ ਟੀਚਿੰਗ ਤੁਹਾਨੂੰ ਕਿਵੇਂ ਦਾ ਲੱਗਦਾ ਹੈ, ਠੀਕ ਹੈ, ਕਿੰਨੇ ਤੁਸੀਂ ਕੁਐਸਚਨ ਸਹੀ ਕਰਦੇ ਹੋ, ਸਾਰਾ ਤੁਸੀਂ ਆਪਣੀ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ, ਠੀਕ ਹੈ। ਸੋ ਕਿਹਨੇ ਕਿਹਾ ਸੀਗਾ ਮਹਾਤਮਾ ਗਾਂਧੀ ਨੂੰ ਸਭ ਤੋਂ ਪਹਿਲਾਂ ਜੋ ਮਹਾਤਮਾ ਦੇ ਰੂਪ ਦੇ ਵਿੱਚ ਕਿਹਨੇ ਕਿਹਾ ਸੀ, ਕਿਹਨੇ ਪੁਕਾਰਿਆ ਸੀ, ਤਾਂ ਰਵਿੰਦਰਨਾਥ ਟੈਗੋਰ ਨੇ ਪੁਕਾਰਿਆ ਸੀ, ਠੀਕ ਹੈ। ਨੈਕਸਟ ਕੁਐਸਚਨ ਹੈ, ਭਾਰਤੀ ਅਸਹਿਯੋਗ ਅੰਦੋਲਨ ਜੋ ਇੰਡੀਅਨ ਨਾਨ ਕੋਆਪਰੇਸ਼ਨ ਮੂਵਮੈਂਟ ਚੱਲੀ ਸੀ, ਉਹਦੇ ਦੌਰਾਨ ਗਾਂਧੀ ਜੀ ਨੂੰ ਪੁਰਸਕਾਰ ਦਿੱਤਾ ਗਿਆ ਸੀ ਜਾਂ ਪਦਵੀ ਦਿੱਤੀ ਗਈ ਸੀ, ਉਹ ਕਿਹੜੀ ਸੀ, ਠੀਕ ਹੈ। ਸੋ ਕੀ ਸੀ ਉਹ? ਨਾਈਟਹੁੱਡ ਦੀ, ਇੱਕ ਨਾਈਟ ਦੀ ਪਦਵੀ ਸੀ, ਰਾਏ ਬਹਾਦਰ ਦੀ ਸੀ, ਕੇਸਰ ਹਿੰਦ ਦੀ ਸੀ, ਜਾਂ ਹਿੰਦ ਕੇਸਰੀ ਦੀ ਸੀ। ਸੋ ਕਿਹੜੀ ਸੀ ਉਹ? ਇਸ 4 ਆਪਸ਼ਨ ਦੇ ਵਿੱਚੋਂ ਤੁਸੀਂ ਇਸ ਦੇ ਵਿੱਚੋਂ ਇੱਕ ਜੋ ਹੈ ਪਰਸੈਪਸ਼ਨ ਰੱਖਣੀ ਹੈ, ਆਪਣੀ ਵਿਊ ਪੁਆਇੰਟ ਦੇ ਨਾਲ ਚੂਜ਼ ਕਰਨਾ ਹੈ ਕਰੈਕਟ ਆਨਸਰ। ਸੋ ਕਿਹੜਾ ਸੀ, ਤਾਂ ਇਸ ਦੇ ਵਿੱਚ ਰਾਈਟ ਆਨਸਰ ਜੋ ਹੋਏਗਾ ਉਹ ਹੋਏਗਾ ਕੇਸਰ ਹਿੰਦ ਦੀ, ਠੀਕ ਹੈ। ਸੋ ਕਿਹੜਾ ਪੁਰਸਕਾਰ ਮਿਲਿਆ ਸੀ ਨਾਨ ਕੋਆਪਰੇਸ਼ਨ ਮੂਵਮੈਂਟ ਦੇ ਦੌਰਾਨ? ਕੇਸਰ ਹਿੰਦ। ਨੈਕਸਟ ਕੁਐਸਚਨ ਹੈ, 1942 ਦਾ ਜੋ ਕੁਇਟ ਇੰਡੀਆ ਮੂਵਮੈਂਟ ਚੱਲੀ ਨਾ, ਭਾਰਤ ਛੱਡੋ ਅੰਦੋਲਨ ਗਾਂਧੀ ਜੀ ਨੇ ਚਲਾਇਆ ਸੀਗਾ, ਇਹਦੇ ਦੌਰਾਨ ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਹ ਟਾਈਮ ਕਿਹੜਾ ਸੀ, ਕਦੋਂ ਗ੍ਰਿਫਤਾਰ ਕੀਤਾ ਗਿਆ ਸੀ? ਪ੍ਰੋਪਰ ਇਸ ਦੇ ਵਿੱਚ ਐਗਜ਼ੈਕਟ ਡੇਟ ਤੁਹਾਨੂੰ ਪੁੱਛੀ ਗਈ ਹੈ, ਕਿਹੜਾ ਹੈ। ਸੋ 7 ਅਗਸਤ ਸੀ, 30 ਅਪ੍ਰੈਲ ਸੀ, 9 ਅਗਸਤ ਸੀ, ਜਾਂ 5 ਜੁਲਾਈ ਸੀ। ਉਹ ਕਿਹੜਾ ਟਾਈਮ ਸੀ? ਉਹ 1942 ਦਾ, ਜਦੋਂ ਕੁਇਟ ਮੂਵਮੈਂਟ ਦੇ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਇਸ ਦਾ ਰਾਈਟ ਆਨਸਰ ਹੋਏਗਾ C ਆਪਸ਼ਨ, 9 ਅਗਸਤ 1942 ਈਸਵੀ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ, ਨਟਾਲ ਕਾਂਗਰਸ ਗਾਂਧੀ ਜੀ ਨੇ ਕਦੋਂ ਬਣਾਈ, ਠੀਕ ਹੈ। ਆਪਾਂ ਨਟਾਲ ਕਾਂਗਰਸ ਦੀ ਗੱਲ ਕੀਤੀ, ਗਾਂਧੀ ਜੀ ਨੇ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਇਸ ਦਾ ਗਠਨ ਕੀਤਾ, ਸਥਾਪਨਾ ਕੀਤੀ, ਤਾਂ ਕਦੋਂ ਕੀਤੀ, ਇਸ ਤਰ੍ਹਾਂ ਵੀ ਪੁੱਛ ਸਕਦੇ ਹਾਂ। ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ? ਇਸ ਦਾ ਰਾਈਟ ਆਨਸਰ ਹੋਏਗਾ 1894 ਦੇ ਵਿੱਚ, 1894 ਈਸਵੀ ਦੇ ਵਿੱਚ ਇਹਦੀ ਜੋ ਗਾਂਧੀ ਜੀ ਨੇ ਸਥਾਪਨਾ ਕੀਤੀ ਸੀ ਨਟਾਲ ਕਾਂਗਰਸ ਦੀ, ਠੀਕ ਹੈ। ਨੈਕਸਟ ਕੁਐਸਚਨ ਹੈ, ਮਹਾਤਮਾ ਗਾਂਧੀ ਨੇ ਭਾਰਤ ਦੇ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਹੜੇ ਸਥਾਨਾਂ ਦੇ ਵਿੱਚੋਂ ਆਪਣਾ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ? ਅਹਿਮਦਾਬਾਦ ਤੋਂ, ਬਾਰਡੋਲੀ ਤੋਂ, ਚੰਪਾਰਨ ਤੋਂ, ਜਾਂ ਖੇੜਾ ਤੋਂ। ਸੋ ਕਿੱਥੋਂ ਆਪਣਾ ਸੱਤਿਆਗ੍ਰਹਿ ਉਹਨਾਂ ਨੇ ਸ਼ੁਰੂ ਕੀਤਾ ਆ? ਤਾਂ ਇਸ ਦਾ ਜੋ ਰਾਈਟ ਆਨਸਰ ਤੁਸੀਂ ਦੇਖ ਸਕਦੇ ਹੋ ਕਿਹੜਾ ਹੋਊਗਾ? ਇਸ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਨੰਬਰ C, ਚੰਪਾਰਨ ਤੋਂ, ਠੀਕ ਹੈ। ਚੰਪਾਰਨ ਤੋਂ ਉਹਨਾਂ ਨੇ ਆਪਣਾ ਜੋ ਸੱਤਿਆਗ੍ਰਹਿ ਸੀ ਉਹ ਸ਼ੁਰੂ ਕੀਤਾ ਸੀ। ਨੈਕਸਟ ਕੁਐਸਚਨ ਹੈ, ਗਾਂਧੀ ਜੀ ਦਾ ਮਨਪਸੰਦ ਭਜਨ ਜਾਂ ਸ਼ਬਦ, ਉਹਦਾ ਲੇਖਕ ਕੌਣ ਹੈ, ਠੀਕ ਹੈ। ਵੈਸ਼ਨਵ ਜਨ ਤੋਂ ਤੇਨੇ ਕਹੀਏ, ਠੀਕ ਹੈ, ਇਹ ਸੀ ਭਜਨ। ਤੇ ਇਹ ਪਸੰਦੀਦਾ ਭਜਨ ਦਾ ਲੇਖਕ ਕੌਣ ਸੀ? ਪੁਰੰਦਰ ਦਾਸ ਸੀ, ਸ਼ਿਆਮਲ ਭੱਟ ਸੀ, ਨਰਸੀ ਮਹਿਤਾ ਸੀ, ਜਾਂ ਸੰਤ ਗਿਆਨੇਸ਼ਵਰ। ਕਿਹੜੇ ਸੀ ਉਹ? ਲੇਖਕ ਕੌਣ ਸੀ, ਠੀਕ ਹੈ। ਸੋ ਇਸ ਦੇ ਵਿੱਚ ਤੁਸੀਂ ਰਾਈਟ